कि मैं ਜਦੋਂ ਲਾਡੋਵਾਲ ਸਾਈਕਲ ਕਰਦਾ ਜਾ ਰਿਹਾ ਸੀ ਸਾਈਕਲਿੰਗ ਰਾਈਡ ਤੇ ਸਰਵਿਸ ਲੇਨ ਤੇ ਪਿੱਛੋਂ ਗੱਡੀ ਆਉਂਦੀ ਹੈ ਵਾਈਟ ਕਲਰ ਦੀ ਗੱਡੀ ਹੈ ਜਿਹਨੇ ਆ ਕੇ ਮੈਨੂੰ ਹਿੱਟ ਕੀਤਾ ਔਰ ਮੌਕੇ ਤੋਂ ਫਰਾਰ ਹੋ ਗਏ ਉਹ ਲੋਕ। ਮੈਂ ਪ੍ਰੈਸ ਕਾਨਫਰੰਸ ਇਸ ਲਈ ਕਰਵਾਈ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਮੇਰੀ ਜ਼ਿੰਦਗੀ ਖਤਰੇ ਦੇ ਵਿੱਚ ਹੈ। ਕਿਉਂ ਦੇਖੋ ਜੀ ਇਹ ਹਾਦਸਾ ਅਚਾਨਕ ਨਹੀਂ ਮੈਨੂੰ ਲੱਗਦਾ ਕਿਉਂਕਿ ਫਰਾਈਡੇ ਨੂੰ शुक्रवार ਤੁਹਾਡੀ ਕਿਸੇ ਨਾਲ ਰੰਜਿਸ਼ ਚੱਲ ਰਹੀ ਹੈ? नहीं मेरी कोई रंजिश नहीं है जी किसी नाल। आर्टिस्ट की रंजिश होएगी किसी नाल जी, डॉक्टर की रंजिश होएगी नहीं कह सकते ਅਸੀਂ ਤੇ ਮੇਰੀ ਕਿਸੇ ਨਾਲ ਰੰजिश ਨਹੀਂ। ਮੇਰਾ ਬੇਟਾ ਸੀ ਆ ਰਹੇ ਸੀਗੇ ਸਾਈਕਲਿੰਗ ਕਰਦੇ ਸੀ ਆ ਰਹੇ ਸੀਗੇ ਫਰਾਈਡੇ ਨੂੰ ਕੈਲਾਸ਼ ਚੌਂਕ ਦੇ ਵਿੱਚ ਇੱਕ ਵਾਈਟ ਕਲਰ ਦੀ ਗੱਡੀ ਸਾਨੂੰ ਉੱਥੇ ਟਰੇਸ ਕਰਦੀ ਹੈ ਰੋਕਦੀ ਹੈ ਔਰ ਅਬਿਊਜ਼ ਕਰਦੀ ਹੈ ਅਨਪਾਰਲੀਮੈਂਟ ਲੈਂਗੁਏਜ ਯੂਜ਼ ਕਰਦੀ ਹੈ ਬਹੁਤ ਹੀ ਗੰਦੇ ਸ਼ਬਦ ਉਹਨੇ ਯੂਜ਼ ਕੀਤੇ ਮੇਰੇ ਫੈਮਿਲੀ। ਆ ਰਹੇ ਸੀ ਕਿ ਜਾ ਰਹੇ ਸੀ? ਅਸੀਂ ਘਰ ਨੂੰ ਆ ਰਹੇ ਸੀਗੇ ਜੀ, ਘਰ ਨੂੰ ਆ ਰਹੇ ਸੀ। ਲੇਕਿਨ ਗੱਡੀ ਦਾ ਨੰਬਰ ਤੇ ਦੇਖਿਆ ਹੋਣਾ ਤੁਸੀਂ? ਗੱਡੀ ਦਾ ਨੰਬਰ ਲਕਸ਼ੇ ਨੇ ਨੋਟ ਕੀਤਾ ਜੀ 7146 ਜਿਹੜਾ ਅਸੀਂ ਥਾਣੇ 'ਚ ਵੀ ਦਿੱਤਾ ਮੈਡਮ ਨੂੰ ਵੀ ਦਿੱਤਾ ਏਸੀਪੀ ਮੈਮ ਨਾਲ ਵੀ ਸਾਡੀ ਮੁਲਾਕਾਤ ਹੋਈ ਹੈ। ਉਹਨਾਂ ਨੇ ਵੀ ਵਿਸ਼ਵਾਸਨ ਦਿਲਾਇਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਜ਼ਰੂਰ ਇਹਨੂੰ ਦੇਖਾਂਗੇ। ਲੇਕਿਨ ਇਹ ਬਾਰ-ਬਾਰ ਤੁਹਾਡੇ ਨਾਲ ਹੀ ਕਿਉਂ ਹਾਦਸੇ ਹੋ ਰਹੇ? ਆਈ ਡੋਨਟ ਨੋ ਜੀ ਬਿਕੋਜ਼ ਇਟਸ ਆਲ ਤੁਹਾਡੇ ਤੋਂ ਕੋਈ ਜਲ ਰਿਹਾ? ਹਾਂ ਜੀ ਬਿਲਕੁਲ ਤੁਹਾਡੀ ਤਰੱਕੀ ਤੋਂ ਜਲ ਰਿਹਾ ਜੀ। ਬਿਲਕੁਲ ਦੇਖੋ ਜਦੋਂ ਵੀ ਕੋਈ ਇਨਸਾਨ ਤਰੱਕੀ ਕਰਦਾ ਉਹ ਆਪਣੇ ਕਰਮਾਂ ਨਾਲ ਕਰਦਾ ਔਰ ਆਪਣੇ ਬਲੇਸਿੰਗਸ ਨਾਲ ਕਰਦਾ ਮਾਤਾ ਪਿਤਾ ਦੀ। ਮੈਂ ਤਾਂ ਕਹਿੰਦਾ ਸਾਰੇ ਆਪਣੇ ਬੱਚੇ ਤਰੱਕੀ ਕਰਨ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਬਟ नमस्कार, सत श्री अकाल दोस्तों, देखते रहिए ताज़ा खबरें। लुधियाना शहर निवासी राष्ट्रीय कलाकार डॉक्टर गौरव सगी लाडोवाल दरगाह के पास साइकिल सवार अज्ञात व्यक्ति की कार चपेट में आने के बाद व्यक्ति फरार हो गया, जिससे साइकिल सवार को काफी चोटें आई हैं। उसके बाद दोबारा फिर एक दिन गौरव सगी और उसका बेटा लक्ष्य दोनों अपनी बाइक से जा रहे थे। अचानक एक सफेद रंग की सेडान कार वाला एक अज्ञात व्यक्ति वाहन से निकला और लक्ष्य जो 12 साल का है उसे मारना शुरू कर दिया। जब उसके पिता ने उस आदमी से पूछा कि वे उसे क्यों मार रहा है, कुछ देर बाद चालक फरार हो गया। दोनों थानों में मौके पर शिकायत दर्ज कराई गई है। गौरव सगी ने कहा कि हमें पूरी उम्मीद है कि अधिकारियों को न्याय मिलेगा। इस बैठक के दौरान कई संगठनों के पदाधिकारी मौजूद रहे। मुख्य संपादक परमजीत सिंह कपूर की रिपोर्ट, कैमरामैन सन्नी मकड़, पहली आवाज लाइव से। ਸਾਰਾ ਜਿਹੜੀ ਪ੍ਰੈਸ ਕਾਨਫਰੰਸ ਕਰਾ ਦਿਓ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਪਹਿਲੇ ਮਾਈ ਸੈਲਫ ਐਕਟਰ ਐਂਡ ਸਿੰਗਰ ਡਾਕਟਰ ਗੌਰਵ। ਮੈਂ ਪ੍ਰੈਸ ਕਾਨਫਰੰਸ ਇਸ ਲਈ ਕਰਵਾਈ ਹੈ ਕਿਉਂਕਿ ਮੈਨੂੰ ਇਹ ਲੱਗਦਾ ਕਿ ਮੇਰੀ ਜ਼ਿੰਦਗੀ ਖਤਰੇ ਦੇ ਵਿੱਚ ਹੈ। ਕਿਉਂਕਿ ਮੈਂ ਜਦੋਂ ਲਾਡੋਵਾਲ ਸਾਈਕਲ ਕਰਦਾ ਜਾ ਰਿਹਾ ਸੀ ਸਾਈਕਲਿੰਗ ਰਾਈਡ ਤੇ ਸਰਵਿਸ ਲੇਨ ਤੇ ਪਿੱਛੋਂ ਗੱਡੀ ਆਉਂਦੀ ਹੈ ਵਾਈਟ ਕਲਰ ਦੀ ਗੱਡੀ ਹੈ ਜਿਹਨੇ ਆ ਕੇ ਮੈਨੂੰ ਹਿੱਟ ਕੀਤਾ ਔਰ ਮੌਕੇ ਤੋਂ ਫਰਾਰ ਹੋ ਗਏ ਉਹ ਲੋਕ। ਤੇ ਉੱਥੇ ਜਿਹੜੇ ਲੋਕ ਸੀਗੇ ਆਉਣ ਜਾਣ ਵਾਲੇ ਉਹਨਾਂ ਨੇ ਮੈਨੂੰ ਚੱਕਣ ਤੋਂ ਬਾਅਦ 112 ਐਮਰਜੈਂਸੀ ਤੇ ਅਸੀਂ ਕਾਲ ਕੀਤੀ ਹੈ। ਕਾਲ ਕਰਨ ਤੋਂ ਬਾਅਦ 60 ਨੰਬਰ ਪੀਸੀਆਰ ਉੱਥੇ ਪਹੁੰਚੀ ਤੇ ਉਹਨਾਂ ਨੇ ਸਾਰਾ ਮੌਕਾ ਦੇਖਿਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਹੱਦ ਹੈ ਇਹ ਲਾਡੋਵਾਲ ਵਿੱਚ ਆਉਂਦੀ ਹੈ, ਲਾਡੋਵਾਲ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਉੱਥੇ ਇਨਫਾਰਮ ਕਰੋ। ਤੇ ਅਸੀਂ ਉੱਥੇ ਇਨਫਾਰਮ ਕਰਤਾ। ਉੱਥੇ ਐਸਐਚਓ ਜਗਦੇਵ ਜੀ ਸੀਗੇ ਉਹਨਾਂ ਨੂੰ ਵੀ ਇਨਫਾਰਮ ਕਰਤਾ, ਮਨੋਹਰ ਲਾਲ ਜੀ ਉਹਨਾਂ ਨੂੰ ਵੀ ਇਨਫਾਰਮ ਕੀਤਾ, ਰਿਪੋਰਟ ਦਰਜ ਕਰਾਈ ਹੈ। ਤੇ ਮੌਕੇ ਤੇ ਮੇਰੇ ਪਿਤਾ ਜੀ ਮੇਰੇ ਅੰਕਲ ਸਾਰੇ ਉੱਥੇ ਪਹੁੰਚੇ ਸੀਗੇ ਤੇ ਇਹਨਾਂ ਨੇ ਵੀ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਤੇ ਹਾਦਸਾ ਜਿਹੜਾ ਹੋਇਆ ਅਚਾਨਕ ਹੋਇਆ? ਦੇਖੋ ਜੀ ਇਹ ਹਾਦਸਾ ਅਚਾਨਕ ਨਹੀਂ ਮੈਨੂੰ ਲੱਗਦਾ ਕਿਉਂਕਿ ਫਰਾਈਡੇ ਨੂੰ ਸ਼ੁੱਕਰਵਾਰ ਤੁਹਾਡੀ ਕਿਸੇ ਨਾਲ ਰੰਜਿਸ਼ ਚੱਲ ਰਹੀ ਹੈ? ਨਹੀਂ ਮੇਰੀ ਕੋਈ ਰੰਜਿਸ਼ ਨਹੀਂ ਹੈ ਜੀ ਕਿਸੇ ਨਾਲ। ਆਰਟਿਸਟ ਦੀ ਰੰਜਿਸ਼ ਹੋਏਗੀ ਕਿਸੇ ਨਾਲ ਜੀ, ਡਾਕਟਰ ਦੀ ਰੰਜਿਸ਼ ਹੋਏਗੀ ਨਹੀਂ ਕਹਿ ਸਕਦੇ ਅਸੀਂ। ਤੇ ਮੇਰੀ ਕਿਸੇ ਨਾਲ ਰੰਜਿਸ਼ ਨਹੀਂ ਹੈ ਬਟ ਮੈਂ ਇਹ ਹੈ ਕਿ ਆਈ ਐਮ ਨਾਟ ਸਿਕਿਉਰ। ਮੈਨੂੰ ਇਹ ਫੀਲ ਕਿਉਂ ਹੋਇਆ ਕਿਉਂਕਿ ਫਰਾਈਡੇ ਨੂੰ ਜਦੋਂ ਮੈਂ ਔਰ ਮੇਰਾ ਬੇਟਾ ਸੀ ਆ ਰਹੇ ਸੀਗੇ ਸਾਈਕਲਿੰਗ ਕਰਦੇ ਸੀ ਆ ਰਹੇ ਸੀਗੇ ਫਰਾਈਡੇ ਨੂੰ ਕੈਲਾਸ਼ ਚੌਂਕ ਦੇ ਵਿੱਚ ਇੱਕ ਵਾਈਟ ਕਲਰ ਦੀ ਗੱਡੀ ਸਾਨੂੰ ਉੱਥੇ ਟਰੇਸ ਕਰਦੀ ਹੈ ਰੋਕਦੀ ਹੈ ਔਰ ਅਬਿਊਜ਼ ਕਰਦੀ ਹੈ ਅਨਪਾਰਲੀਮੈਂਟ ਲੈਂਗੁਏਜ ਯੂਜ਼ ਕਰਦੀ ਹੈ ਬਹੁਤ ਹੀ ਗੰਦੇ ਸ਼ਬਦ ਉਹਨੇ ਯੂਜ਼ ਕੀਤੇ ਮੇਰੇ ਫੈਮਿਲੀ। ਆ ਰਹੇ ਸੀ ਕਿ ਜਾ ਰਹੇ ਸੀ? ਅਸੀਂ ਘਰ ਨੂੰ ਆ ਰਹੇ ਸੀਗੇ ਜੀ, ਘਰ ਨੂੰ ਆ ਰਹੇ ਸੀ। ਲੇਕਿਨ ਗੱਡੀ ਦਾ ਨੰਬਰ ਤੇ ਦੇਖਿਆ ਹੋਣਾ ਤੁਸੀਂ? ਗੱਡੀ ਦਾ ਨੰਬਰ ਲਕਸ਼ੇ ਨੇ ਨੋਟ ਕੀਤਾ ਜੀ 7146 ਜਿਹੜਾ ਅਸੀਂ ਥਾਣੇ 'ਚ ਵੀ ਦਿੱਤਾ ਮੈਡਮ ਨੂੰ ਵੀ ਦਿੱਤਾ ਏਸੀਪੀ ਮੈਮ ਨਾਲ ਵੀ ਸਾਡੀ ਮੁਲਾਕਾਤ ਹੋਈ ਹੈ। ਉਹਨਾਂ ਨੇ ਵੀ ਵਿਸ਼ਵਾਸਨ ਦਿਲਾਇਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਜ਼ਰੂਰ ਇਹਨੂੰ ਦੇਖਾਂਗੇ ਕੀ ਇਹ ਮਸਲਾ ਕੀ ਇਹ ਸਾਰਾ ਹੋ ਰਿਹਾ। ਤੇ ਉਹਨਾਂ ਨੂੰ ਮੈਂ ਸਾਰੀ ਗੱਲ ਦੱਸੀ ਕਿ ਮੈਂ ਫਰਾਈਡੇ ਨੂੰ ਇੱਦਾਂ ਦਾ ਕਰਕੇ ਗੱਡੀ ਨੇ ਰੋਕਿਆ, ਯੂਜ਼ ਕੀਤਾ ਬਹੁਤ ਗੰਦੇ ਅਪਸ਼ਬਦ ਯੂਜ਼ ਕੀਤੇ ਸਾਡੇ ਲਈ, ਸਾਡੀ ਫੈਮਿਲੀ ਵਾਸਤੇ ਅਪਸ਼ਬਦ ਯੂਜ਼ ਕੀਤੇ ਵਿਦਾਊਟ ਐਨੀ ਰੀਜ਼ਨ, ਵਿਦਾਊਟ ਕੋਈ ਐਕਸੀਡੈਂਟ ਨਹੀਂ ਹੋਇਆ, ਕੋਈ ਕੁਝ ਨਹੀਂ ਹੋਇਆ। ਤੇ ਉੱਥੇ ਲੋਕੀ ਜਦੋਂ ਇਕੱਠੇ ਹੋਏ ਕੈਲਾਸ਼ ਚੌਂਕ ਤੋਂ ਬੰਦਾ ਗੱਡੀ ਲੈ ਕੇ ਉੱਥੋਂ ਚਲਾ ਗਿਆ ਸੀਗਾ ਜੀ। ਉਹਨੇ ਧੱਕੇ ਵੀ ਮਾਰੇ ਬਾਹਰ ਆ ਕੇ ਗੱਡੀ 'ਚੋਂ। ਜਦੋਂ ਅਸੀਂ ਰਿਪਲਾਈ ਕੀਤਾ ਬੰਦੇ ਦੀ ਪਛਾਣ ਹੈ ਤੁਹਾਨੂੰ? ਨਹੀਂ ਦੇਖੋ ਅਨਨੋਨ ਸੀਗਾ ਜੀ ਪਰਸਨ ਔਰ ਅਨਨੋਨ ਪਰਸਨ ਸੀਗਾ ਔਰ ਗੱਡੀ ਵਾਈਟ ਕਲਰ ਦੀ ਸੀਗੀ ਜੀ, ਸਿਡਾਨ ਗੱਡੀ ਸੀ ਜੀ ਉਹਦੇ ਕੋਲ, ਠੀਕ ਹੈ। ਤੇ ਉਸ ਵਕਤ ਜਦੋਂ ਲੋਕ ਇਕੱਠੇ ਹੋਏ ਉਹ ਸਪੌਟ ਤੋਂ ਚਲਾ ਗਿਆ।
ਤੁਹਾਡੇ ਕੋਲ ਕਲਿੱਪਾਂ ਵੀ ਹੈਗੀਆਂ? ਕਲਿੱਪ ਜੀ ਦੇਖੋ, ਮੈਂ ਉਸ ਤੋਂ ਬਾਅਦ ਜਦੋਂ ਚੌਂਕੀ ਇੰਚਾਰਜ ਨਾਲ ਗੱਲ ਕੀਤੀ, ਚੌਂਕੀ ਇੰਚਾਰਜ ਇੱਥੋਂ ਆਪਣੇ ਚਲੇ ਗਏ ਸੀਗੇ ਤੇ ਗੁਰਦੇਵ ਜੀ ਸੀਗੇ, ਉਹਨਾਂ ਨੂੰ ਮੈਂ ਮੌਕਾ ਵੀ ਦਿਖਾਇਆ ਸਾਰਾ ਜਾ ਕੇ, ਤੇ ਉਹਨਾਂ ਨੇ ਕਿਹਾ ਤੇ ਮੈਡਮ ਹੁਣ ਮੈਮ ਨੂੰ ਦੇਤੀ ਹੈ ਸਾਰਾ ਕੇਸ ਡਿਟੇਲ ਦੇਤੀ ਹੋਈ ਹੈ ਸਾਰੀ ਅਸੀਂ, ਤੇ ਸਾਰੀ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਹੁਣ ਮੈਮ ਆਪਣੇ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸਨ ਦਿੱਤਾ? ਉਹਨਾਂ ਨੇ ਜੀ ਅੱਗੇ ਰੀਡਰ ਸਾਹਿਬ ਨੂੰ ਕਹਿ ਕੇ ਚੌਂਕੀ ਦੇ ਵਿੱਚ ਵੀ ਉਹਨਾਂ ਨੇ ਇਤਲਾਹ ਕਰ ਦਿੱਤੀ ਸਾਰੀ ਚੀਜ਼ ਦੀ, ਤਾਂ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਦੇਖ ਰਹੇ ਹਾਂ ਇਸ ਕੇਸ ਨੂੰ, ਦੇਖਦੇ ਹਾਂ ਜਿੰਨੀ ਜਲਦੀ ਹੋ ਸਕਦਾ ਅਸੀਂ ਦੇਖਦੇ ਹਾਂ। ਲੇਕਿਨ ਇਹ ਬਾਰ-ਬਾਰ ਤੁਹਾਡੇ ਨਾਲ ਹੀ ਕਿਉਂ ਹਾਦਸੇ ਹੋ ਰਹੇ? ਆਈ ਡੋਂਟ ਨੋ ਜੀ, ਬਿਕੋਜ਼ ਇਟਸ ਆਲ ਤੁਹਾਡੇ ਤੋਂ ਕੋਈ ਜਲ ਰਿਹਾ? ਹਾਂ ਜੀ ਬਿਲਕੁਲ, ਕੋਈ ਤੁਹਾਡੀ ਤਰੱਕੀ ਤੋਂ ਜਲ ਰਿਹਾ? ਜੀ ਬਿਲਕੁਲ, ਦੇਖੋ ਜਦੋਂ ਵੀ ਕੋਈ ਇਨਸਾਨ ਤਰੱਕੀ ਕਰਦਾ ਉਹ ਆਪਣੇ ਕਰਮਾਂ ਨਾਲ ਕਰਦਾ ਔਰ ਆਪਣੇ ਬਲੇਸਿੰਗਸ ਨਾਲ ਕਰਦਾ, ਮਾਤਾ ਪਿਤਾ ਦੀ। ਮੈਂ ਤਾਂ ਕਹਿੰਦਾ ਸਾਰੇ ਆਪਣੇ ਆਪਣੇ ਬੱਚੇ ਤਰੱਕੀ ਕਰਨ, ਆਪਣੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ, ਬਟ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਕੋਈ ਵੈਰ ਨਹੀਂ, ਫਿਰ ਵੀ ਇਹ ਚੀਜ਼ਾਂ ਮੇਰੇ ਨਾਲ ਬੀਤਨੀਆਂ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਹੁਣ ਤਾਂ ਇਹ ਲਾਸਟ ਐਂਡ ਹੀ ਹੋ ਗਿਆ ਜਦੋਂ ਗੱਡੀ ਨੇ ਚੱਕ ਕੇ ਮਾਰਿਆ ਔਰ ਮੈਂ ਕਿੰਨੀ ਦੂਰ ਜਾ ਕੇ ਗਿਰਦਾ। ਨਹੀਂ ਤੁਸੀਂ ਦੋਨੋਂ ਟਾਈਮ ਵਾਰੀ ਇਕੱਲੇ ਹੀ ਸੀਗੇ ਜਾਂ ਨਾਲ ਤੁਹਾਡੇ ਫੈਮਿਲੀ? ਨਹੀਂ, ਪਹਿਲੇ ਫੈਮਿਲੀ ਸੀਗੀ ਜੀ, ਫਰਾਈਡੇ ਵਾਲੇ ਦਿਨ, ਔਰ ਜਦੋਂ ਸੈਟਰਡੇ ਨੂੰ ਅਸੀਂ ਰਿਪੋਰਟ ਦਰਜ ਕਰਾਈ ਹੈ, ਸੰਡੇ ਨੂੰ ਜਦੋਂ ਮੈਂ ਸਾਈਕਲ ਰਾਈਡ ਕਰਦੇ ਹੋਏ ਲਾਡੋਵਾਲ ਵਾਲੀ ਸਾਈਡ ਜਾ ਰਿਹਾ ਸੀ ਸਾਈਕਲਿੰਗ ਲੇਨ ਤੇ, ਪਿੱਛੋਂ ਗੱਡੀ ਆਉਂਦੀ ਹੈ ਜੀ, ਉਹ ਉਠਾ ਕੇ ਮਾਰਦੀ ਹੈ, ਬਹੁਤ ਸਪੀਡ ਤੇ ਗੱਡੀ ਸੀ ਜੀ। ਮੇਰੇ ਬਸ ਤੁਹਾਨੂੰ ਦੱਸ ਰਿਹਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਪ੍ਰੀਕਾਸ਼ਨ ਗੇਅਰਸ ਪਾਏ ਹੋਏ ਸੀ, ਸੋ ਦੈਟਸ ਵਾਈ ਆਈ ਐਮ ਸਿਕਿਉਰ ਨਾਓ। ਤੁਹਾਡੇ ਸਾਹਮਣੇ ਅਗਰ ਮੈਂ ਬੈਠਾ ਉਹ ਪਰਮਾਤਮਾ ਦੀ ਰਹਿਮਤ ਹੈ, ਨਹੀਂ ਤਾਂ ਸਾਈਕਲ ਤੇ ਕਾਰ ਦਾ ਕੋਈ ਮੈਚ ਨਹੀਂ ਹੈ ਜੀ। ਬੰਦੇ ਦੀ ਫ੍ਰੈਕਚਰ ਵੀ ਹੋ ਸਕਦਾ ਸੀ, ਕੁਝ ਵੀ ਹੋ ਸਕਦਾ, ਸੱਟਾਂ ਲੱਗੀਆਂ, ਮੇਰੇ ਮੈਡੀਕਲ ਹੋਇਆ, ਮੇਰਾ ਦੇਖੋ ਮੈਡੀਕਲ ਜਿਹੜੀ ਸਲਿੱਪ ਹੈ, ਮੈਡੀਕਲ ਵੀ ਹੋਇਆ, ਪੁਲਿਸ ਵੀ ਮੌਕੇ ਤੇ ਪਹੁੰਚੀ। ਹੁਣ ਇਹ ਬਾਕੀ ਪੁਲਿਸ ਉੱਤੇ ਡਿਪੈਂਡ ਹੈ ਜੀ। ਮੈਡੀਕਲ ਵਿੱਚ ਕੀ ਦਰਸਾਇਆ ਗਿਆ? ਦਰਸਾਇਆ ਨਹੀਂ ਗਿਆ ਜੀ, ਜਿਹੜੀ ਸੱਟਾਂ ਲੱਗੀਆਂ ਸੀਗੀਆਂ ਮੇਰੇ, ਉਹ ਸਾਰੀਆਂ ਲਿਖਤੀਆਂ ਸੀਗੀਆਂ। ਮੇਰੇ ਐਲਬੋ ਤੇ ਲੱਗੀ ਸੀ ਸੱਟ, ਮੇਰੇ ਲੈਗਸ ਤੇ ਲੱਗੀ ਸੀ, ਮੇਰਾ ਨੇਲ ਟੁੱਟ ਗਿਆ ਸੀ, ਆ ਦੇਖੋ ਹਲੇ ਵੀ। ਡੂੰਗੀ ਚੋਟ ਤੇ ਨਹੀਂ ਕੋਈ ਆਈ? ਡੂੰਗੀ ਚੋਟ ਜੀ ਬੈਕ ਪੇਨ ਤੇ ਬੈਕ ਤੇ ਲੱਗੀ ਸੀ, ਮੇਰੇ ਰੈਡਿਸ਼ ਥੋੜੀ ਹੋਈ ਸੀਗੀ, ਉਹ ਵੀ ਉਹਨਾਂ ਨੇ ਲਿਖਤਾ ਸਾਰਾ। ਬਟ ਬਚਿਆ ਕਿਉਂ ਜੀ? ਬੈਕਪੈਕ ਪਾਇਆ ਸੀ, ਹੈਲਮਟ ਪਾਇਆ ਸੀ, ਪ੍ਰੀਕਾਸ਼ਨ ਗੇਅਰਸ ਪਾਏ ਹੋਏ ਸੀ, ਗਲਵਸ ਪਾਏ ਹੋਏ ਸੀ, ਤਾਂ ਕਰਕੇ ਔਰ ਪਰਮਾਤਮਾ ਦੀ ਰਹਿਮਤ ਦੇ ਨਾਲ ਬਚਿਆ। ਤੁਹਾਡੀ ਕੀ ਮੰਗ ਹੈ? ਮੰਗ ਇਹ ਹੈ ਜੀ, ਦੇਖੋ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦਾ ਇੱਕ ਹੁੰਦਾ ਹੈ, ਆਪਣੀ ਜ਼ਿੰਦਗੀ ਇੱਕ ਫਰੀडम ਨਾਲ ਜੀਵੇ, ਔਰ ਇੱਦਾਂ ਦੇ ਸਾਜ਼ਿਸ਼ ਕਰਤਾ, ਜੋ ਮੈਂ ਤਾਂ ਸਾਜ਼ਿਸ਼ ਕਰਤਾ ਹੀ ਕਹੂੰਗਾ, ਕਿਉਂਕਿ ਜੋ ਮੇਰੀ ਨਿਗਾਹ ਦੇ ਵਿੱਚ ਲੱਗ ਰਿਹਾ, ਪਹਿਲੇ ਫਰਾਈਡੇ ਨੂੰ ਹੋਇਆ, ਫਿਰ ਸੰਡੇ ਨੂੰ ਹੋ ਗਿਆ, ਇੱਕ ਦਿਨ ਛੱਡ ਕੇ। ਮੈਂ ਪੰਜਾਬ ਪੁਲਿਸ ਔਰ ਸੀਐਮ ਜੀ ਜਿਹੜੇ ਪੰਜਾਬ ਦੇ ਸੀਐਮ ਨੇ ਔਰ ਭਾਰਤ ਸਰਕਾਰ ਤੋਂ ਹੀ ਮੰਗ ਕਰਦਾ ਹਾਂ ਕਿ ਸਾਡੀ ਲਾਈਫ ਸਿਕਿਉਰ ਕੀਤੀ ਜਾਵੇ, ਮੇਰੇ ਫੈਮਿਲੀ ਦੀ ਲਾਈਫ ਸਿਕਿਉਰ ਕੀਤੀ ਜਾਵੇ, ਤਾਂ ਕਿ ਅੱਗੇ ਤੋਂ ਇੱਦਾਂ ਦੇ ਇਨਸੀਡੈਂਟ ਨਾ ਹੋਣ ਔਰ ਸਾਡੀ ਜਾਨ ਦੀ ਹਿਫਾਜ਼ਤ ਕੀਤੀ ਜਾਵੇ। ਬਸ ਇਹੀ ਮੰਗ ਕਰਦੇ ਹਾਂ ਜੀ ਅਸੀਂ ਤਾਂ। ਤੁਹਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਕਿ ਤੁਹਾਡਾ ਇਹ ਜਲਦੀ ਮਸਲਾ ਹੱਲ ਕਰ ਦਿੱਤਾ ਜਾਏਗਾ? ਦੇਖਿਓ ਜੀ, ਮੈਂ ਆਫੀਸਰ ਮੈਮ ਨਾਲ ਜਿਹੜੀ ਗੱਲ ਹੋਈ ਹੈ ਮੇਰੀ, ਕਿਉਂਕਿ ਮੌਕੇ ਤੇ ਕਿਹੜੇ ਮੈਡਮ ਸੀ ਮੌਕੇ ਤੇ? ਜਿਹੜੇ ਏਸੀਪੀ ਮੈਮ ਲੁਧਿਆਣਾ ਆਪਣੇ ਸਿਵਲ ਲਾਈਨ 'ਚ ਪੈਂਦੇ ਨੇ, ਹਾਂਜੀ, ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿਲਾਇਆ, ਬਹੁਤ ਹੀ ਅੱਛੇ ਤਰੀਕੇ ਨਾਲ ਸਾਰੀ ਗੱਲ ਸੁਣੀ ਗਈ ਮੇਰੇ ਤੋਂ, ਤੇ ਉਹਨਾਂ ਨੇ ਅੱਗੇ ਮਾਰਕ ਕਰ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕੋਆਰਡੀਨੇਟ ਕਰਕੇ ਅਸੀਂ ਸਾਰੀ ਇਸ ਕੇਸ ਦੀ ਜਾਂਚ ਕਰ ਰਹੇ ਹਾਂ, ਤੁਸੀਂ ਚਿੰਤਾ ਨਾ ਕਰੋ। ਤੇ ਬਾਕੀ ਸੀਸੀਟੀਵੀ ਫੁਟੇਜ, ਕਿਉਂਕਿ ਪੁਲਿਸ ਨੂੰ ਹੀ ਮਿਲਣੀ ਹੈ ਜੀ ਸੀਸੀਟੀਵੀ ਫੁਟੇਜ, ਕੋਈ ਇੱਦਾਂ ਦਿੰਦਾ ਨਹੀਂ ਜੀ ਕਿਸੇ ਨੂੰ ਜਲਦੀ, ਤੇ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕਲੀਅਰ ਹੋ ਜਾਏਗਾ, ਗੱਡੀ ਦਾ ਨੰਬਰ ਕੀ ਸੀ, ਗੱਡੀ ਕੀ ਸੀ, ਬਸ ਅਸੀਂ ਵੀ ਦੱਸਤਾ ਸੀਗਾ। ਬਾਕੀ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤਾਂ ਪੁਲਿਸ ਨੂੰ ਹੀ ਪਤਾ ਹੀ, ਦੇ ਆਰ ਦਾ ਬੈਟਰ ਜੱਜ, ਸੋ ਇਨਵੈਸਟੀਗੇਸ਼ਨ ਦਾ ਪਾਰਟ ਉਹੀ ਕਰਨਗੇ। ਤੇ ਬਾਕੀ ਜਿਹੜੀ ਮੇਰੀ ਚੀਜ਼ ਹੈ, ਮੈਂ ਤੁਹਾਡੇ ਸਾਹਮਣੇ ਬਸ ਇਹੀ ਹੈਲਪ ਦੀ ਮੰਗ ਕੀਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ, ਕਿਉਂਕਿ ਮੇਰੇ ਨਾਲ ਇਹ ਚੀਜ਼ਾਂ ਬਾਰ-ਬਾਰ ਹੋਣੀਆਂ, ਸਾਡੇ ਫੈਮਿਲੀ ਦੇ ਨਾਲ ਹੋਣੀਆਂ, ਸਾਡੇ ਤੇ ਅਟੈਕ ਹੋਣਾ, ਪਹਿਲੇ ਵੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਆਹ ਚੀਜ਼ ਮੇਰੇ ਨਾਲ ਬੀਤੀ ਹੈ, ਤੇ ਬਹੁਤ ਹੀ ਜ਼ਿਆਦਾ ਸੱਟ ਲੱਗਦੀ ਹੈ, ਮਨ ਨੂੰ ਸੱਟ ਲੱਗਦੀ ਹੈ ਕਿ ਅਸੀਂ ਕਿਸੇ ਦਾ ਕਦੀ ਮਾੜਾ ਨਹੀਂ ਤੱਕਿਆ, ਮਾੜਾ ਸੋਚਿਆ ਨਹੀਂ, ਅਸੀਂ ਆਪਣੀ ਮਸਤੀ 'ਚ ਰਹਿੰਦੇ ਹਾਂ, ਆਪਣਾ ਕਰਮ ਕਰਦੇ ਹਾਂ, ਫਿਰ ਵੀ ਸਾਡੇ ਨਾਲ ਇਹ ਗੱਲਾਂ ਹੋਣੀਆਂ, ਤੇ ਕਿਤੇ ਨਾ ਕਿਤੇ ਦਾ ਕੁਝ ਇਹ ਪੁਆਇੰਟ ਹੈਗੇ ਨੇ ਜੀ ਇਹਦੇ ਵਿੱਚ। ਥੈਂਕ ਯੂ ਜੀ। ਸੱਗੀ ਰਿਟਾਇਰਡ ਚੀਫ। ਕੀ ਮਾਮਲਾ ਕੀ ਹੈ? ਮਾਮਲਾ ਸਰ, ਬੱਚੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ, ਇਹਦੀ ਤਰੱਕੀ ਨੂੰ ਦੇਖ ਕੇ ਬਹੁਤ ਹੀ ਲੋਕ ਇਹਦੇ ਤੋਂ ਜਲ ਰਹੇ ਨੇ, ਇਹਦੇ ਤੇ ਪਤਾ ਨਹੀਂ ਕਿਉਂ ਇਹਦੇ ਤੋਂ ਇੰਨੀ ਜੈਲਸੀ ਹੈ। ਮੈਂ ਤਾਂ ਇਹ ਕਹਿੰਦਾ ਕਿ ਜਿਸ ਏਰੀਆ ਦਾ ਬੱਚਾ ਹੋਵੇ, ਇੰਨਾ ਬ੍ਰਿਲੀਅੰਟ ਹੋਵੇ, ਇੰਨਾ ਸਟਾਰ ਹੋਵੇ, ਜਿਹਨੇ ਇੰਨਾ ਕੁਛ ਕਮਾਈ ਕੀਤੀ ਆ, ਔਰ ਬਾਲੀਵੁੱਡ ਦੇ ਵਿੱਚ ਨਾਮ ਆ, ਸਿੰਗਰ ਆ, ਐਕਟਰ ਆ, ਮਾਡਲ ਹੈ, ਉਹਦੇ 'ਤੇ ਕਿਉਂ ਇੱਦਾਂ ਦੇ ਕੰਮ ਹੁੰਦੇ ਆ? ਪ੍ਰਸ਼ਾਸਨ ਕਿਉਂ ਨਹੀਂ ਇਹੋ ਜਿਹੇ ਆਪਣੇ ਇਹਨਾਂ ਐਕਟਰ ਸਿੰਗਰ ਮਾਡਲਾਂ ਦੀ ਕਿਉਂ ਨਹੀਂ ਉਹਨਾਂ ਦੀ ਧਿਆਨ ਰੱਖਦੇ? ਕਿਉਂਕਿ ਇਹੀ ਬੱਚੇ ਜਿਹੜੇ ਆ, ਇਹਨਾਂ ਨੇ ਸਭ ਕੁਝ ਅੱਗੇ ਦੱਸਣਾ, ਸਭ ਕੁਝ ਸਮਝਾਉਣਾ ਲੋਕਾਂ ਨੂੰ, ਬਟ ਇਹ ਪਤਾ ਨਹੀਂ ਕਿਉਂ ਹੋ ਰਿਹਾ ਬੇਟੇ ਮੇਰੇ ਨਾਲ। ਮੈਂ ਤਾਂ ਪ੍ਰਸ਼ਾਸਨ ਕੋਲ ਇਹੀ ਮੰਗ ਕਰ ਰਿਹਾ ਕਿ ਮੇਰੇ ਬੇਟੇ ਦੀ ਰੱਖਿਆ ਕੀਤੀ ਜਾਵੇ। ਅੱਜ ਇਹ ਪਿਛਲੇ 20 ਤਰੀਕ ਨੂੰ ਇਹ ਮੇਰਾ ਪੁੱਤ ਦੇ ਨਾਲ ਰਾਈਡਿੰਗ ਕਰਕੇ ਆ ਰਿਹਾ ਸੀ ਕਲਾਸ ਚੌਂਕ 'ਚੋਂ, ਮਗਰ ਸੀਗਾ, ਦੇਖ ਰਿਹਾ ਸੀ ਬੱਚਾ ਠੀਕ ਚਲਾ ਰਿਹਾ। ਤੁਹਾਡੇ ਵੱਲੋਂ ਸਾਰੀ ਕਾਗਜ਼ੀ ਕਾਰਵਾਈ ਹੋ ਚੁੱਕੀ ਹੈ? ਹਾਂ, ਅਸੀਂ ਲਾਡੋਵਾਲ ਥਾਣੇ ਕੰਪਲੇਂਟ ਦਿੱਤੀ ਹੈ ਜੀ, MLR ਕਟਾਈ ਹੈ ਸਿਵਲ ਹਸਪਤਾਲ 'ਚ ਜਾ ਕੇ, ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਛਾਣਬੀਨ ਕਰ ਰਹੇ ਹਾਂ, ਬਟ ਲੇਕਿਨ ਅਜੇ ਤੱਕ ਉਧਰੋਂ ਲਾਡੋਵਾਲ ਥਾਣੇ ਤੋਂ ਸਾਨੂੰ ਕੋਈ ਮੈਸੇਜ ਨਹੀਂ ਆਇਆ। ਮੇਰਾ ਮੋਬਾਈਲ ਨੰਬਰ ਵੀ ਉੱਥੇ ਹੈ। ਉਹਨਾਂ ਨਾਲ ਮੁਲਾਕਾਤ ਵੀ ਹੋਈ ਕੋਈ? ਹਾਂਜੀ, ਉਹ ਪਹਿਲਾਂ ਉਹਨਾਂ ਨੂੰ ਮਿਲੇ ਆ। ਹਾਂਜੀ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਇਹੀ ਕਿਹਾ ਕਿ ਕੋਈ ਅਸੀਂ ਤੁਹਾਡੀ ਚੀਜ਼ਾਂ ਨੋਟ ਕਰ ਲਈਆਂ, ਤੇ ਆ ਤੁਹਾਡੀ ਕੰਪਲੇਂਟ ਲੈ ਲਈ ਆ,
ਪਰ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਅਣਪਛਾਤਿਆਂ ਨੂੰ ਦੇਖਦੇ ਹਾਂ ਕਿ ਜਿਹੜਾ ਫੜਿਆ ਗਿਆ ਫਿਰ ਤੁਹਾਨੂੰ ਦੱਸਾਂਗੇ। ਬਟ ਅਜੇ ਅੱਜ ਸੰਡੇ 8 ਦਿਨ ਬੀਤ ਗਏ ਜੇ ਨੇ, ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਸੁਣਵਾਈ ਨਹੀਂ ਤਾਂ ਹੁਣ ਤੁਸੀਂ ਕਈ ਸੰਸਥਾਵਾਂ ਵਾਲੇ ਮੈਂਬਰ ਬੁਲਾਏ ਹੋਏ ਨੇ। ਹਾਂਜੀ ਹਾਂਜੀ ਹਾਂਜੀ। ਇਹ ਤਾਂ ਬੁਲਾਏ ਇਸ ਕਰਕੇ ਇਹਨਾਂ ਨੂੰ ਪਤਾ ਲੱਗਾ, ਉਹ ਹਾਲ ਪੁੱਛਣ ਆਏ ਬੇਟੇ ਮੇਰੇ ਦਾ, ਕਿਉਂਕਿ ਥੈਂਕਸ ਗॉड ਮੈਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਹਿਸਾਬ ਨਾਲ ਮੈਨੂੰ ਬੇਟੇ ਮੇਰੇ ਨੇ ਜਾ ਕੇ ਸਪੌਟ 'ਤੇ ਦੱਸਿਆ ਕਿ ਇੱਧਰੋਂ ਆਊਟਸਾਈਡ ਤੋਂ ਗੱਡੀ ਆਈ ਆ, ਇਹਨੂੰ ਚੁੱਕ ਕੇ ਮਾਰਿਆ 15 ਫੁੱਟ 'ਤੇ। ਉਹਦੇ ਵਿੱਚ ਲੋਕਾਂ ਨੇ ਕਹਿੰਦੇ ਲੋਕ ਕਹਿ ਰਹੇ ਸੀਗੇ ਕਿ ਇਹ ਬੰਦਾ ਮਰ ਗਿਆ, ਬਟ ਮੇਰੀ ਪਰਮਾਤਮਾ ਅੱਗੇ ਜਿਹੜੀ ਪ੍ਰੇਅਰ ਹੈ ਉਹ ਕੰਮ ਆਈ ਹੈ, ਇਹਦੀ ਮਾਂ ਦੀ ਕੰਮ ਆਈ ਹੈ, ਆਪਣੇ ਸਾਰੇ ਭਰਾਵਾਂ ਦੀ ਜਿਹੜੇ ਇਹਦੇ ਪ੍ਰਸ਼ੰਸਕ ਨੇ, ਜਿਹੜੇ ਇਹਨੂੰ ਚਾਹੁੰਦੇ ਨੇ। ਪਰ ਜੇ ਨਹੀਂ ਵੀ ਜਿਹੜੇ ਨਹੀਂ ਵੀ ਚਾਹੁੰਦੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ, ਬਟ ਮੈਂ ਤਾਂ ਇਹੀ ਕਹਾਂਗਾ ਪ੍ਰਸ਼ਾਸਨ ਨੂੰ ਕਿ ਮੈਨੂੰ ਮੇਰੇ ਬੇਟੇ ਦੀ ਸਿਕਿਉਰਿਟੀ ਚਾਹੀਦੀ ਹੈ, ਜਿੱਦਾਂ ਮਰਜ਼ੀ ਉਹ ਬਾਈ ਹੁੱਕ ਔਰ ਕਰੁੱਕ। ਜੇ ਅਸੀਂ ਇਸ ਆਪਣੇ ਦੇਸ਼ 'ਚ ਸੁਤੰਤਰ ਨਹੀਂ ਹੈ, ਸਾਡਾ ਨਹੀਂ ਜਾਨ ਮਾਲ ਦੀ ਰੱਖਿਆ ਕੀਤੀ ਜਾਂਦੀ, ਫਿਰ ਅਸੀਂ ਕਾਹਦੇ ਸਿਕਿਉਰ ਹਾਂ? ਅਸੀਂ ਤਾਂ ਪੜ੍ਹੇ ਲਿਖੇ ਆ। ਸੀਪੀ ਸਾਹਿਬ ਨੂੰ ਵੀ ਤੁਸੀਂ ਮੰਗ ਪੱਤਰ ਦਿੱਤਾ? ਅਸੀਂ ਆਪਣੇ ਦਿੱਤਾ, ਆਪਣੇ ਮੇਰੇ ਉੱਪਰ ਵੀ ਭੇਜੀ ਆ, CM ਸਾਹਿਬ ਨੂੰ ਵੀ, DGP ਸਾਹਿਬ ਨੂੰ ਵੀ ਭੇਜੀ ਆ। ਅਜੇ ਤੱਕ ਕੋਈ ਉੱਧਰੋਂ ਮੈਸੇਜ ਨਹੀਂ ਆਇਆ, ਬਟ ਮੈਂ ਬਹੁਤ ਥੈਂਕਫੁਲ ਹਾਂ ਮੈਡਮ, ਜਿਹੜੇ ACP ਮੈਡਮ ਨੇ, ਬਹੁਤ ਹੀ ਨਾਈਸ ਲੇਡੀ ਨੇ। ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ, ਅੱਛੇ ਅਹੁਦੇ ਹੋਰ ਵਧਣ, ਕਿਉਂਕਿ ਉਹਨਾਂ ਨੇ ਸਾਡੇ ਬਾਪ ਬੇਟੇ ਦੀ ਅੱਜ ਤੱਕ ਮੈਂ ਬੜੇ ਅਫਸਰਾਂ ਨੂੰ ਮਿਲਿਆ, ਉਹ ਤਾਂ ਉਲਟੇ ਸਿੱਧੇ ਬੋਲ ਜਾਂਦੇ ਕਈ ਵਾਰੀ, ਪਰ ਇਹ ਉਹਨੇ ਇੰਨਾ ਤਾਰੀਫ ਉਹਦੀ ਕਾਬਲ ਨੇ, ਕਿਉਂਕਿ ਉਹਨਾਂ ਨੇ ਸਾਡੇ ਉਸ ਸੁਣ ਕੇ ਉਸੇ ਵੇਲੇ ਰੀਡਰ ਸਾਹਿਬ ਨੂੰ ਬੁਲਾਇਆ, ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਇਨਸਾਫ ਦਿਲਾਓ, ਇਹਨਾਂ ਨੂੰ ਛਾਣਬੀਨ ਕਰੋ। ਠੀਕ ਹੈ ਜੀ। ਜੈ ਸ਼੍ਰੀ ਰਾਮ। ਮੈਂ ਰਮੇਸ਼ ਭਗਤ, ਸ਼ਿਵਰਾਜ ਸੈਨਾ ਰਾਸ਼ਟਰੀ ਸੰਚਾਲਕ। ਜਿੱਦਾਂ ਕਿ ਬੜੇ ਵਿਸਤਾਰ ਦੇ ਨਾਲ ਗੌਰਵ ਜੀ ਨੇ ਦੱਸਿਆ ਅਤੇ ਮੇਰੇ ਨਾਲ ਬੈਠੇ ਰਾਸ਼ਟਰੀ ਵਾਈਸ ਚੇਅਰਮੈਨ ਸ਼ਿਵਰਾਜ ਸੈਨਾ ਦੇ ਚੇਅਰਮੈਨ ਅਸ਼ਨੀ ਸੱਗੀ ਨੇ ਦੱਸਿਆ, ਅਸੀਂ ਤੁਹਾਡੇ ਮੀਡੀਆ ਰਾਹੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਵੀ ਅਸੀਂ ਫਾਰਮੈਲਿਟੀ ਕੀਤੀ ਹੈ, CP ਸਾਹਿਬ ਨੂੰ ਮਿਲੇ ਆ, ਲਾਡੋਵਾਲ ਥਾਣੇ ਦਰਖਾਸਤ ਦਿੱਤੀ ਹੈ, ਸਾਨੂੰ CP ਸਾਹਿਬ ਮੈਡਮ ਨੇ ਸਵਾਸ਼ਨ ਦਵਾਇਆ ਕਿ ਜਿਹੜੇ ਦੋਸ਼ੀ ਹੈ ਇਹਨਾਂ ਦੀ ਇਨਕੁਆਇਰੀ ਕਰਕੇ, ਇਹਨਾਂ ਦੀ ਭਾਲ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ। ਲੇਕਿਨ ਅਸੀਂ ਸ਼ਿਵਰਾਜ ਸੈਨਾ ਵੱਲੋਂ ਇਹ ਕਹਿਣਾ ਚਾਹੁੰਦੇ ਹਾਂ ਮੀਡੀਆ ਦੇ ਰਾਹੀਂ ਕਿ ਅਗਰ ਵਾਰ-ਵਾਰ ਸਾਡੇ ਚੇਅਰਮੈਨ ਦੇ ਲੜਕੇ ਦੇ ਉੱਤੇ ਇੱਦਾਂ ਦਾ ਕਲੋਨੀ ਹਰਕਤ ਕਰਨੀ, ਗੱਡੀ ਚੜਾਉਣੀ ਜਾਂ ਵਾਰ-ਵਾਰ ਉਹਨੂੰ ਟੌਰਚਰ ਕਰਨਾ, ਅਗਰ ਜੇ ਪ੍ਰਸ਼ਾਸਨ ਨੇ ਇਹ ਦੋਸ਼ੀਆਂ ਨੂੰ ਫੜ ਕੇ ਇਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ ਜਾਂ ਇਹ ਨਾ ਭਾਲ ਕੀਤੀ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਸ਼ਿਵਰਾਜ ਸੈਨਾ ਦਾ ਸੰਗਠਨ ਹੈ ਇਹ ਬੜੇ ਤੇਜ਼ੀ ਦੇ ਨਾਲ, ਚਾਹੇ ਸਾਨੂੰ ਕਿਤੇ ਧਰਨਾ ਲਾਣਾ ਪਵੇ ਜਾਂ ਕਿਸੇ ਅਫਸਰ ਦਾ ਘਿਰਾਓ ਕਰਨਾ ਪਵੇ, ਤੇ ਅਸੀਂ ਸਾਰਾ ਸੰਗਠਨ ਜਿਹੜਾ ਹੀ ਕਰਾਂਗੇ।